आप लिहो तुम कथा सुधारी। वाहिगुरु वाहिगुरु साहिब जी। श्री नानक की कृपा ते जाने कुछ नाही। सुगम हते रिप प्रबल जे राखे रण माही। फतेह गुरु की बड़ भई जग मह बिदताई। को न अरह हर गन मरह थरह न सुमहाई। वाहिगुरु जी का खालसा वाहिगुरु जी की फतेह। गुरु की साजी नवाजी होई सन्मान जो गुरु खालसा साਧ ਸੰਗਤ ਜੀ। ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਵਿਖੇ ਸੰਧਿਆ ਦੇ ਦੀਵਾਨ ਸਜੇ ਹਨ। ਸੋਦਾ ਰਹਿ ਰਾਜ ਸਾਹਿਬ ਜੀ ਦੇ ਪਾਠ ਆਰਤੀ ਦੇ ਕੀਰਤਨ ਦਾ ਆਪ ਜੀ ਨੇ ਆਨੰਦ ਮਾਣਿਆ ਹੈ। ਆਓ ਹੁਣ ਆਪਣੀਆਂ ਮਨ ਬਿਰਤੀਆਂ ਨੂੰ ਮੇਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ 'ਚ ਜੋੜੀਏ। ਸਤਿਗੁਰਾਂ ਦੀ ਪਾਵਨ ਪਵਿੱਤਰ ਕਥਾ ਦਾ ਆਨੰਦ ਮਾਣੀਏ। ਧੰਨ ਸਤਿਗੁਰੂ ਛੇਵੇਂ ਪਾਤਸ਼ਾਹ ਜੀ ਮਾਲਵੇ ਦੀ ਧਰਤੀ 'ਤੇ ਮਹਾਰਾਜ ਦੀ ਧਰਤੀ 'ਤੇ ਆਪਣੇ ਜੀਵਨ ਦਾ ਤੀਸਰਾ ਬਹੁਤ ਵੱਡਾ ਯੁੱਧ ਕਰਕੇ ਔਰ ਉਸ ਯੁੱਧ ਨੂੰ ਫਤਿਹ ਕਰਕੇ ਵਾਪਸ ਦੁਆਬੇ ਦੇਸ਼ ਵਿੱਚ ਆਏ ਹਨ। ਸ੍ਰੀ ਕਰਤਾਰਪੁਰ ਸਾਹਿਬ ਆ ਕੇ ਆਪਣੇ ਪਰਿਵਾਰ ਆਪਣੀਆਂ ਸੰਗਤਾਂ ਨੂੰ ਮਿਲੇ ਹਨ। ਕਰਤਾਰਪੁਰ ਵਾਸੀ ਯੁੱਧ ਦਾ ਹਾਲ ਪੁੱਛ ਰਹੇ ਨੇ। ਭਾਈ ਬਿਧੀ ਚੰਦ ਸਾਹਿਬ ਜੀ ਸੰਗਤਾਂ ਨੂੰ ਸਾਰੀ ਗੱਲ ਦੱਸ ਰਹੇ ਨੇ। ਆਓ ਸਰਵਣ ਕਰੀਏ, ਪ੍ਰੇਮ ਨਾਲ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। श्री नानक की कृपा ते जाने कुछ नाही। ਕਹਿੰਦੇ ਭਾਈ ਬਿਧੀ ਚੰਦ ਜੀ ਦੱਸਦੇ ਆ ਵੀ 35,000 ਤੁਰਕ ਚੜ੍ਹ ਕੇ ਆਏ ਸੀ, ਪਰ ਗੁਰੂ ਨਾਨਕ ਦੀ ਕਿਰਪਾ ਨਾਲ ਵੈਰੀਆਂ ਨੂੰ ਅਸੀਂ ਕੁਛ ਵੀ ਨਹੀਂ ਜਾਣਿਆ। ਸੁਖਮ ਹਤੇ ਰਿਪ ਪ੍ਰਬਲ ਜੇ ਰਾਖੇ ਰਣ ਮਾਹੀ। 35,000 ਵੈਰੀ ਸੌਖਿਆਂ ਹੀ ਮਾਰ ਲਏ ਮੈਦਾਨੇ ਜੰਗ ਵਿੱਚ। ਫਤਿਹ ਗੁਰੂ ਕੀ ਬੜ ਪਈ ਜਗ ਮਹਿ ਬਿਦਤਾਈ। ਇਸ ਜੰਗ ਵਿੱਚ ਗੁਰੂ ਦੀ ਫਤਿਹ ਹੋਈ ਹੈ ਔਰ ਸਾਰੇ ਸੰਸਾਰ 'ਚ ਪ੍ਰਸਿੱਧ ਹੋਈ ਹੈ। ਕੋ ਨ ਅਰਹੈ ਅਰਗਨ ਮਰਹੈ ਤਿਰਹਿ ਨ ਸਮਹਾਈ। ਕੋਈ ਨਹੀਂ ਅੜ ਸਕਦਾ ਗੁਰੂ ਘਰ ਨਾਲ। ਜਿਹੜਾ ਵੈਰੀ ਆਏਗਾ ਅੜੇਗਾ ਸੋ ਝੜੇਗਾ। ਕੋਈ ਵੀ ਸਾਹਮਣੇ ਠਹਿਰ ਨਹੀਂ ਸਕਦਾ, ਖੜ ਨਹੀਂ ਸਕਦਾ ਸਤਿਗੁਰਾਂ ਦੇ। ਭਾ ਅਚਰਜ ਸੁਨ ਸਭਨ ਕੇ ਕੰਦਿਓ ਤਬ ਛਾਹੂ। ਸਾਧ ਸੰਗਤ ਜੀ ਸਾਰੀਆਂ ਸੰਗਤਾਂ ਸੁਣ ਕੇ ਬੜੀਆਂ ਹੈਰਾਨ ਹੋਈਆਂ। ਕਹਿੰਦੇ ਵੀ ਬਾਦਸ਼ਾਹ ਵੀ ਹੈਰਾਨ ਹੋ ਗਿਆ, ਡਰ ਕੇ ਕੰਬ ਉੱਠਿਆ ਹੈ। ਮੇਰੋ ਤਖਤ ਨ ਛੀਨ ਲੈ ਤਰਾਸਿਓ ਮਨ ਮਾਹੂ। ਦਿੱਲੀ ਦਾ ਬਾਦਸ਼ਾਹ ਸ਼ਾਹਜਹਾਨ ਇਸ ਚਿੰਤਾ ਵਿੱਚ ਹੈ ਵੀ ਕਿਤੇ ਗੁਰੂ ਹਰਗੋਬਿੰਦ ਸਾਹਿਬ ਮੇਰਾ ਤਖਤ ਹੀ ਨਾ ਖੋਹ ਲੈਣ, ਮੇਰੀ ਬਾਦਸ਼ਾਹੀ ਨਾ ਖਤਮ ਕਰ ਦੇਣ। ਕਾਬਲ ਬਲਖ ਬੁਖਾਰ ਲੋ ਬੜ ਧਾਂਕ ਉਠਾਈ। ਕਾਬਲ ਬਲਖ ਬੁਖਾਰੇ ਤੱਕ ਧਾਂਕ ਪੈ ਗਈ ਹੈ। ਵੈਰੀਆਂ ਦੇ ਕਾਲਜੇ ਕੰਬ ਗਏ ਹਨ। ਪਤਸ਼ਾਹਿਤ ਕਰ ਦਸ਼ ਕਰੀ ਗੁਰ ਧੂਮ ਮਚਾਈ। ਬਾਦਸ਼ਾਹੀ ਮਿੱਟੀ 'ਚ ਮਿਲਾ ਕੇ ਰੱਖ ਦਿੱਤੀ ਹੈ। ਹਿੰਦੁਸਤਾਨ ਦੇ ਬਾਦਸ਼ਾਹ ਦੀਆਂ ਫੌਜਾਂ ਮਾਰ ਕੇ ਉਸ ਨੂੰ ਜੰਗ 'ਚ ਸ਼ਿਕਸਤ ਦੇ ਕੇ ਗੁਰੂ ਸਾਹਿਬ ਨੇ ਬੜੀ ਧੂਮ ਮਚਾ ਦਿੱਤੀ ਹੈ। ਕਹਿ ਕਹਿ ਕੇ ਸੂਬੇ ਡਰੇ ਗੁਰ ਨਹਿ ਇਤਿਆਵਹਿ। ਹਿੰਦੁਸਤਾਨ ਦੇ 22 ਸੂਬੇ ਹਨ। ਸੂਬਾ ਸਹਾਰਨਪੁਰ, ਸੂਬਾ ਅਵਧ, ਸੂਬਾ ਬੰਗਾਲ, ਬਹੁਤ ਸਾਰੇ ਸੂਬੇ ਹਨ। ਹਿੰਦੁਸਤਾਨ ਦੇ ਦੱਖਣ ਵਿੱਚ ਬਹੁਤ ਹਨ, ਪੱਛਮ ਵਿੱਚ ਕਾਬਲ, ਪਿਸ਼ਾਵਰ, ਮੁਲਤਾਨ, ਇੱਧਰ ਸੂਬਾ ਕਸ਼ਮੀਰ, ਸੂਬਾ ਲਾਹੌਰ, ਸੂਬਾ ਜਲੰਧਰ, ਸੂਬਾ ਸਰਹੰਦ। ਇਹ ਸਾਰੇ ਸੂਬੇ ਡਰ ਗਏ ਨੇ ਕਿ ਕਿਤੇ ਗੁਰੂ ਹਰਗੋਬਿੰਦ ਸਾਹਿਬ ਫੌਜਾਂ ਲੈ ਕੇ ਸਾਡੇ ਵੱਲ ਨਾ ਆ ਜਾਣ। ਦਬਕੇ ਚਾਰੋਂ ਚੱਕ ਮਹਿ ਨਹਿ ਕੋ ਗਰਬਾਵਹਿ। ਚੌਹਾਂ ਚੱਕਾਂ ਵਿੱਚ ਵੈਰੀ ਦਬਕ ਗਏ ਹਨ, ਡਰ ਗਏ ਹਨ। ਕੋਈ ਹੁਣ ਉੱਚਾ ਨਹੀਂ ਖੰਘਦਾ। ਜਿਹੜੇ ਅੱਗੇ ਹਿੰਦੂਆਂ 'ਤੇ ਜ਼ੁਲਮ ਕਰਦੇ ਸੀਗੇ, ਹਿੰਦੂਆਂ ਦੀਆਂ ਬਹੂਆਂ ਬੇਟੀਆਂ ਚੁੱਕ ਕੇ ਲਿਜਾਂਦੇ ਸੀ, ਉਹਨਾਂ ਦੇ ਸਾਹਮਣੇ ਗਊਆਂ ਮਾਰਦੇ ਸੀ ਔਰ ਜ਼ਬਰਦਸਤੀ ਮੁਸਲਮਾਨ ਬਣਾਉਂਦੇ ਸੀ, ਉਹ ਹੁਣ ਥਰ ਥਰ ਕੰਬਣ ਲੱਗ ਪਏ ਹਨ, ਠੰਬਰ ਗਏ ਹਨ ਕਿ ਮਹਾਂਬਲੀ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਨੇ ਜੇ ਸਾਡੇ ਵੱਲ ਮੂੰਹ ਕਰ ਲਿਆ ਤੇ ਅਸੀਂ ਲੱਭਣਾ ਨਹੀਂ ਕਿੱਥੇ ਗਏ। ਹਾਂਜੀ। ਨਿਜ ਨਿਜ ਸਾਵਧਾਨੀ ਕਰੇ ਕੋ ਚਹਤ ਬਲਾਈ। ਆਪਣੀ ਆਪਣੀ ਥਾਂ ਤੇ ਸਾਰੇ ਸਾਵਧਾਨੀ ਕਰਕੇ ਸੁਚੇਤਾ ਕਰਕੇ
ਆਪਣਾ ਆਪਣਾ ਬਚਾਅ ਕਰਦੇ ਤੇ ਗੁਰੂ ਸਾਹਿਬ ਨਾਲ ਸੁਲ੍ਹਾ ਬਣਾ ਕੇ ਰੱਖਣੀ ਚਾਹੁੰਦੇ ਹੈ। ਇਤਿਆਦਿਕ ਸਭ ਵਾਰਤਾ ਸੁਣ ਮੋਦਿ ਉਪਾਈ। ਭਾਈ ਬਿਧੀ ਚੰਦ ਜੀ ਨੇ ਸੰਗਤ ਨੂੰ ਇਹ ਸਾਰੀਆਂ ਗੱਲਾਂ ਦਸੀਆਂ ਨੇ, ਤਾਂ ਸੰਗਤ ਸੁਣ ਕੇ ਬੜੀ ਖੁਸ਼ ਹੋਈ ਹੈ, ਬੜੀ ਪ੍ਰਸੰਨ ਹੋਈ ਹੈ। ਪੁਰਜਨ ਸੁਣ ਕਰ ਬਚਪਨਿਓ ਇਨ ਸਮਨਹਿ ਦੂਜਾ। ਕਰਤਾਰਪੁਰ ਵਾਸੀ ਸੰਗਤਾਂ ਨੇ ਭਾਈ ਬਿਧੀ ਚੰਦ ਜੀ ਦੇ ਬਚਨ ਸੁਣ ਕੇ ਕਿਹਾ ਕਿ ਗੁਰੂ ਸਾਹਿਬ ਵਰਗਾ ਕੋਈ ਨਹੀਂ ਦੁਨੀਆ ਤੇ, ਗੁਰ ਜੈਸਾ ਨਾਹੀ ਕੋ ਦੇਵ। ਗੁਰੂ ਵਰਗਾ ਕੋਈ ਦੇਵੀ ਦੇਵਤਾ ਵੀ ਨਹੀਂ, ਗੁਰੂ ਵਰਗਾ ਕੋਈ ਰਾਜਾ ਮਹਾਰਾਜਾ ਨਹੀਂ, ਗੁਰੂ ਵਰਗਾ ਕੋਈ ਸੂਰਮਾ ਨਹੀਂ, ਗੁਰੂ ਵਰਗਾ ਕੋਈ ਗਿਆਨੀ ਨਹੀਂ, ਗੁਰੂ ਵਰਗਾ ਕੋਈ ਵੀ ਨਹੀਂ। ਗੁਰ ਸਭ ਤੇ ਵੱਡ ਸਮਰੱਥ ਗੁਰਦੇਵ, ਸਾਰਿਆਂ ਤੋਂ ਵੱਡੇ, ਸਾਰਿਆਂ ਤੋਂ ਸਮਰੱਥਾਵਾਨ ਸਾਡੇ ਸਤਿਗੁਰੂ ਜੀ ਹਨ। ਜਿਨ ਕੀ ਦੇਵ ਦੇਵ ਮਿਲ ਠਾਨਤ ਪਗ ਪੂਜਾ। ਜਿਨ੍ਹਾਂ ਦੇ ਚਰਨਾਂ ਦੀ ਪੂਜਾ ਦੇਵਤੇ ਵੀ ਕਰਦੇ ਆ, ਦੈਂਤ ਵੀ ਕਰਦੇ ਆ, ਮਨੁੱਖ ਵੀ ਕਰਦੇ ਆ। ਸਾਰੀ ਸ੍ਰਿਸ਼ਟੀ ਗੁਰੂ ਦੇ ਚਰਨਾਂ ਦੀ ਧੂੜ ਮੰਗਦੀ ਹੈ। ਸਾਰੇ ਦੇਵਤੇ ਕਹਿੰਦੇ ਸਾਨੂੰ ਮਹਾਰਾਜ ਧੰਨ ਗੁਰੂ ਨਾਨਕ ਦੇਵ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਦੀ ਧੂੜ ਮੱਥੇ ਲੱਗ ਜੇ ਸਾਡੇ ਭਾਗ ਜਾਗ ਪੈ। ਗਾਵਣ ਤੁਧਨੋਂ ਇੰਦਰ ਇੰਦਰਾਸਣ ਬੈਠੇ, ਦੇਵਤਿਆਂ ਦਰ ਨਾਲੇ। ਦੇਵਤੇ ਵੀ ਸਤਿਗੁਰੂ ਜੀ ਦਾ ਜਸ ਗਾਉਂਦੇ ਹਨ। ਬੰਦਨੀ ਇਹ ਸਭਨ ਕੇ ਗੁਰੂ ਨਾਨਕ ਗਾਦੀ। ਇਹ ਮਹਾਰਾਜ ਗੁਰੂ ਨਾਨਕ ਦੇਵ ਜੀ ਦੀ ਗੱਦੀ ਹੈ, ਸਾਰਿਆਂ ਲਈ ਪੂਜਣੇ ਯੋਗ ਹੈ। ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ। ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸਾਰਿਆਂ ਤੋਂ ਵੱਡੇ ਹਨ, ਜਿਨ੍ਹਾਂ ਦੀ ਪੂਜਾ ਸਾਰਾ ਸੰਸਾਰ ਕਰਦਾ ਹੈ। ਸਗਲ ਜਗਤ ਜਿਨ ਕੋ ਨਮਹਿ ਹਾਰੇ ਸਭ ਵਾਦੀ। ਸਾਰੇ ਜਗਤ ਦੇ ਹਿੰਦੂ ਮੁਸਲਮਾਨ, ਸਾਰੇ ਧਰਮਾਂ ਦੇ ਲੋਕ, ਸਾਰੀਆਂ ਜਾਤਾਂ ਦੇ ਲੋਕ, ਬ੍ਰਾਹਮਣ ਵੀ, ਖੱਤਰੀ ਵੀ, ਵੈਸ਼ ਵੀ, ਸ਼ੂਦਰ ਵੀ ਨਿਮਦੇ ਹਨ। ਜਿਹੜੇ ਵਾਦ ਵਿਵਾਦ ਝਗੜਾ ਕਰਨ ਵਾਲੇ, ਬਹਿਸਾਂ ਕਰਨ ਵਾਲੇ, ਗਿਆਨ ਚਰਚਾ 'ਚ ਗੁਰੂ ਨਾਨਕ ਨੂੰ ਹਰਾਉਣ ਦੀ ਕੋਸ਼ਿਸ਼ ਕਰਦੇ ਸੀ, ਉਹ ਗਿਆਨ ਚਰਚਾ 'ਚ ਹਾਰ ਗਏ ਬਾਬੇ ਨਾਨਕ ਦੇ ਸਾਹਮਣੇ। ਸ਼ਬਦ ਜਿੱਤੀ ਸਿੱਧ ਮੰਡਲੀ ਕੀਤੁਸ ਆਪਣਾ ਪੰਥ ਨਿਰਾਲਾ। ਗੁਰੂ ਨਾਨਕ ਦੇਵ ਜੀ ਨੇ ਸ਼ਬਦ ਦੇ ਨਾਲ ਸਾਰੇ ਸਿੱਧਾਂ ਨੂੰ, ਬ੍ਰਾਹਮਣਾਂ ਨੂੰ, ਕਾਜ਼ੀਆਂ ਮੁਲਾਣਿਆਂ ਨੂੰ, ਸਾਰਿਆਂ ਨੂੰ ਜਿੱਤ ਕੇ ਆਪਣਾ ਪੰਥ ਨਿਰਾਲਾ ਕਰਕੇ ਵਿਖਾਇਆ। ਆਹ ਸਾਡਾ ਮਾਰਗ ਹੈ ਬਈ, ਇਹ ਸਾਰਿਆਂ ਦਾ ਸਾਂਝਾ ਹੈ। ਕੋਈ ਵੀ ਹਿੰਦੂ, ਮੁਸਲਮਾਨ, ਜੈਨੀ, ਬੋਧੀ, ਪਾਰਸੀ, ਬਾਹਮਣ, ਖੱਤਰੀ, ਵੈਸ਼, ਸ਼ੂਦਰ, ਗਰੀਬ, ਅਮੀਰ, ਭਾਵੇਂ ਕੋਈ ਹਿੰਦੁਸਤਾਨ ਦਾ ਹੋਵੇ ਤੇ ਭਾਵੇਂ ਦੁਨੀਆ ਦੇ ਕਿਸੇ ਵੀ ਮੁਲਕ ਦਾ ਰਹਿਣ ਵਾਲਾ ਹੋਵੇ, ਬਾਬੇ ਨਾਨਕ ਦੇ ਰਾਹ ਤੇ ਤੁਰ ਕੇ ਪਰਮਾਤਮਾ ਤੱਕ ਪਹੁੰਚ ਸਕਦਾ ਹੈ, ਪਰਮੇਸ਼ਰ ਨੂੰ ਪ੍ਰਾਪਤ ਕਰ ਸਕਦਾ ਹੈ। ਜਿਹੜੇ ਅੱਗੋਂ ਵਾਦ ਵਿਵਾਦ ਕਰਦੇ ਸੀ, ਉਹਨਾਂ ਦੀ ਕੋਈ ਪੇਸ਼ ਨਹੀਂ ਗਈ, ਉਹ ਹਾਰ ਗਏ ਬਾਬੇ ਦੇ ਸਾਹਮਣੇ। ਕੇਤਕ ਘਟਕਾ ਦਿਨ ਰਹਿਓ ਤਬ ਉਠੇ ਕਿਰਪਾਲਾ। ਇਸ ਤਰ੍ਹਾਂ ਸਾਰੀਆਂ ਸੰਗਤਾਂ ਗੁਰੂ ਹਰਗੋਬਿੰਦ ਸਾਹਿਬ ਦੀ ਉਸਤਤ ਕਰਦੀਆਂ। ਜਦੋਂ ਕੁਝ ਸਮਾਂ ਸ਼ਾਮ ਦਾ ਰਹਿ ਗਿਆ, ਮਹਾਰਾਜ ਉੱਠੇ ਹਨ। ਪੁਰਜਨ ਕਰੇ ਵਿਸਰਜਨਾ ਪ੍ਰ ਭਾਖ ਵਿਸਾਲਾ। ਸਾਰੇ ਪਿੰਡ ਵਾਸੀਆਂ ਨੂੰ, ਕਰਤਾਰਪੁਰ ਦੀਆਂ ਸੰਗਤਾਂ ਨੂੰ ਮਹਾਰਾਜ ਨੇ ਪਿਆਰ ਦੇ ਬੋਲ ਬੋਲ ਕੇ ਆਪਣੇ ਆਪਣੇ ਘਰਾਂ ਨੂੰ ਤੋਰਿਆ। ਜਾਓ ਭਾਈ, ਹੁਣ ਆਰਾਮ ਕਰੋ, ਕੱਲ ਨੂੰ ਦੀਵਾਨ ਵਿੱਚ ਦਰਸ਼ਨ ਦਿਆ ਜੇ। ਸੁੰਦਰ ਮੰਦਰ ਅੰਦਰੇ ਗੁਰ ਜਾਏ ਪ੍ਰਵੇਸ਼ੇ। ਮਹਾਰਾਜ ਛੇਵੇਂ ਪਾਤਸ਼ਾਹ ਵੀ ਆਪਣੇ ਸੋਹਣੇ ਮਹਿਲਾਂ ਵਿੱਚ, ਜਿੱਥੇ ਅੱਜ ਕੱਲ੍ਹ ਬਾਬਾ ਧੀਰਮਲ ਜੀ ਦਾ ਪਰਿਵਾਰ ਰਹਿੰਦਾ ਹੈ, ਬਾਬਾ ਵਡਭਾਗ ਸਿੰਘ ਜੀ ਦਾ ਪਰਿਵਾਰ ਰਹਿੰਦਾ ਹੈ, ਸੋਢੀ ਸਾਹਿਬਜ਼ਾਦੇ, ਉਹ ਗੁਰੂ ਕੇ ਮਹਿਲਾਂ ਵਿੱਚ ਮਹਾਰਾਜ ਸਾਹਿਬ ਜੀ ਛੇਵੇਂ ਪਾਤਸ਼ਾਹ ਜੀ ਜਾ ਪ੍ਰਵੇਸ਼ ਕੀਤਾ ਹੈ। ਮਰਵਾਹੀ ਅਰ ਨਾਨਕੀ ਔਰ ਅਨੰਦ ਵਿਸ਼ੇਸ਼ੇ। ਮਾਤਾ ਮਰਵਾਈ ਜੀ, ਜਿਨ੍ਹਾਂ ਦਾ ਨਾਮ ਤਾਂ ਮਹਾਦੇਵੀ ਸੀ, ਪਰ ਪੇਕਿਆਂ ਦਾ ਗੋਤ ਮਰਵਾਏ ਸੀਗੇ, ਇਸ ਕਰਕੇ ਮਾਤਾ ਜੀ ਨੂੰ ਮਰਵਾਈ ਵੀ ਕਹਿ ਦਿੰਦੇ ਹਨ। ਮਾਤਾ ਮਹਾਦੇਵੀ ਤੇ ਮਾਤਾ ਨਾਨਕੀ ਦੋਵੇਂ ਮਹਾਰਾਜ ਦੇ ਮਹਿਲ। ਗੁਰੂ ਸਾਹਿਬ ਦੇ 3 ਮਹਿਲ ਸਨ ਛੇਵੇਂ ਪਾਤਸ਼ਾਹ ਦੇ। ਵੱਡੇ ਮਾਤਾ ਦਮੋਦਰੀ ਜੀ ਸਨ, ਜਿਨ੍ਹਾਂ ਦਾ ਪਿੱਛੇ ਕੁਝ ਸਮਾਂ ਪਹਿਲਾਂ ਡਰੋਲੀ ਪਿੰਡ 'ਚ ਦੇਹਾਂਤ ਹੋ ਗਿਆ। ਉੱਥੇ ਮਾਤਾ ਦਮੋਦਰੀ ਦਾ ਸੰਸਕਾਰ ਕਰਕੇ ਨਾਲ ਹੀ ਬੀਬੀ ਰਾਮੋ ਵੀ ਚੜ੍ਹਾਈ ਕਰ ਗਈ, ਭਾਈ ਸਾਈਂ ਦਾਸ ਜੀ ਵੀ ਚੜ੍ਹਾਈ ਕਰ ਗਏ। ਇਹਨਾਂ ਦੇ ਬਜ਼ੁਰਗ ਬਾਬਾ ਨਰੈਣ ਦਾਸ ਜੀ ਵੀ, ਜੋ ਗੁਰੂ ਹਰਗੋਬਿੰਦ ਸਾਹਿਬ ਦੇ ਸਹੁਰਾ ਸਾਹਿਬ ਸਨ,
ਇਹ 4 ਮੌਤਾਂ ਇਕੱਠੀਆਂ ਹੀ ਥੋੜੇ ਦਿਨਾਂ 'ਚ ਹੋ ਗਈਆਂ ਸਨ। ਇਹਨਾਂ 4 ਮਹਾਂਪੁਰਸ਼ਾਂ ਦੇ ਸੰਸਕਾਰ ਕਰਕੇ ਤੇ ਗੁਰੂ ਸਾਹਿਬ ਨੇ ਆਪਣਾ ਪਰਿਵਾਰ ਤਾਂ ਭੇਜ ਦਿੱਤਾ ਸੀ ਬਾਬਾ ਗੁਰਦਿੱਤਾ ਜੀ ਦੇ ਨਾਲ ਕਰਤਾਰਪੁਰ ਵੱਲ, ਤੇ ਆਪ ਮਾਲਵੇ ਦੀ ਧਰਤੀ ਤੇ ਰਹਿ ਕੇ ਜੰਗ ਦਾ ਕੌਤਕ ਰਚਿਆ ਸੀਗਾ। ਸੋ ਹੁਣ ਮਹਾਰਾਜ ਵਾਪਸ ਆਏ ਨੇ। ਮਾਤਾ ਮਹਾਂਦੇਵੀ ਤੇ ਮਾਤਾ ਨਾਨਕੀ ਜੀ ਮਿਲੀਆਂ ਹਨ, ਦੋਵੇਂ ਹੀ ਸਤਿਗੁਰਾਂ ਦੇ ਮਹਿਲ। ਪਗ ਪੰਕਜ ਗੁਰ ਕੇ ਲਗੀ ਮੂਰਤ ਪ੍ਰਹੇਰੀ। ਦੋਵਾਂ ਮਾਈਆਂ ਨੇ ਮਹਾਰਾਜ 6ਵੇਂ ਪਾਤਸ਼ਾਹ ਦੇ ਚਰਨਾਂ ਤੇ ਮੱਥਾ ਟੇਕਿਆ, ਸਤਿਗੁਰਾਂ ਦਾ ਸੁੰਦਰ ਸਰੂਪ ਤੱਕਿਆ ਹੈ। ਲੈ ਕਰ ਸ੍ਰੀ ਹਰਿ ਰਾਏ ਕੋ ਆਈ ਤਬ ਚੇਰੀ। ਇਹਨੇ ਨੂੰ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਛੋਟੇ ਪੋਤਰੇ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਨੂੰ ਗੋਦੀ 'ਚ ਲੈ ਕੇ ਦਾਸੀ ਆਈ ਹੈ। ਧੀਰਮਲ ਕੇ ਸਹਿਤ ਹੀ ਗੁਰ ਚਰਣੀ ਲਾਏ। ਬਾਬਾ ਧੀਰਮਲ ਜੀ ਨੂੰ ਉਂਗਲੀ ਨਾਲ ਲਾਇਆ ਹੋਇਆ, ਉਹ ਵੱਡੇ ਹਨ ਤੇ ਮਹਾਰਾਜ 7ਵੇਂ ਪਾਤਸ਼ਾਹ ਜੀ ਛੋਟੇ ਹਨ। ਦੋਵੇਂ ਸਕੇ ਭਰਾ ਸਨ। ਬਾਬਾ ਧੀਰਮਲ ਜੀ ਵੱਡੇ ਸਨ, ਗੁਰੂ ਹਰਿਰਾਏ ਸਾਹਿਬ ਛੋਟੇ ਸਨ, ਤੇ ਇਹ ਬਾਬਾ ਗੁਰਦਿੱਤਾ ਜੀ ਮਾਤਾ ਨੱਤੀ ਜੀ ਦੇ ਦੋਵੇਂ ਸਾਹਿਬਜ਼ਾਦੇ ਸਨ। ਗੁਰੂ ਹਰਗੋਬਿੰਦ ਸਾਹਿਬ ਦੇ ਪੋਤੇ ਸਨ। ਦੋਵਾਂ ਪੋਤਿਆਂ ਨੂੰ ਮਹਾਰਾਜ ਨੂੰ ਮੱਥਾ ਟਿਕਾਇਆ। ਗੁਰੂ ਹਰਿਰਾਏ ਸਾਹਿਬ ਜੀ ਨੂੰ 6ਵੇਂ ਪਾਤਸ਼ਾਹ ਨੇ ਗੋਦੀ 'ਚ ਲੈ ਲਿਆ ਹੈ। ਨੁੱਖਾ ਦੋਨੋਂ ਆਏ ਕਰ ਨਿਜ ਸੀਸ ਨਿਵਾਏ। ਤੇ ਦੋਵੇਂ ਨੋਹਾਂ ਨੇ ਆ ਕੇ ਮੱਥਾ ਟੇਕਿਆ। ਮਾਤਾ ਨੱਤੀ ਜੀ ਜੋ ਬਾਬਾ ਗੁਰਦਿੱਤਾ ਜੀ ਦੀ ਧਰਮ ਪਤਨੀ ਤੇ ਗੁਰੂ ਹਰਿਰਾਏ ਸਾਹਿਬ ਜੀ ਦੀ ਮਾਤਾ ਹੈ, ਤੇ ਦੂਸਰੀ ਮਾਤਾ ਖੇਮ ਕੌਰ ਜੀ ਜੋ ਬਾਬਾ ਸੂਰਜਮਲ ਜੀ ਦੀ ਧਰਮ ਪਤਨੀ ਹੈ। ਦੋਵਾਂ ਨੇ ਨੱਤੀ ਨੇ ਤੇ ਖੇਮ ਕੌਰ ਨੇ ਆ ਕੇ ਚਰਨਾਂ 'ਚ ਸੀਸ ਨਵਾਇਆ ਹੈ। ਕਰ ਕਰ ਸਗਰੀ ਬੰਦਨਾ ਪਹੁੰਚੀ ਨਿਜ ਥਾਨੇ। ਤੇ ਮੱਥਾ ਟੇਕ ਟੇਕ ਕੇ ਆਪਣੇ ਆਪਣੇ ਘਰਾਂ ਕਮਰਿਆਂ ਵਿੱਚ ਚਲੇ ਗਏ ਹਨ। ਵਰ ਪ੍ਰਿਅੰਕ ਪਰ ਗੁਰ ਥਿਰੇ ਸ਼ੁਭ ਬਾਕ ਬਖਾਨੇ। ਗੁਰੂ ਸਾਹਿਬ ਜੀ ਆਪਣੇ ਪਲੰਗ ਤੇ ਬੈਠੇ ਸੋਭਾ ਪਾ ਰਹੇ ਹਨ। ਲੈ ਗੋਦ ਹਰਿ ਰਾਏ ਕੋ ਦੈ ਮੋਦ ਦੁਲਾਰੈ। ਆਪਣੀ ਗੋਦ ਵਿੱਚ ਆਪਣੇ ਛੋਟੇ ਪੋਤਰੇ ਸ੍ਰੀ ਗੁਰੂ ਹਰਿਰਾਏ ਸਾਹਿਬ ਨੂੰ ਲੈ ਕੇ ਬਹੁਤ ਪਿਆਰ ਕਰਦੇ ਹਨ, ਦੁਲਾਰਦੇ ਹਨ ਸਤਿਗੁਰੂ 6ਵੇਂ ਪਾਤਸ਼ਾਹ ਜੀ। ਧੀਰਮਲ ਬੈਠਿਓ ਨਿਕਟ ਤਿਸ ਔਰ ਨਿਹਾਰੈ। ਕੋਲ ਬਾਬਾ ਧੀਰਮਲ ਜੀ ਬੈਠੇ ਨੇ, ਉਹਨਾਂ ਵੱਲ ਦੇਖਦੇ ਹਨ ਸਤਿਗੁਰੂ ਜੀ। ਸ੍ਰੀ ਗੁਰਦਿੱਤਾ ਟਿਕ ਥਿਰਿਓ ਕਰ ਲੋਚਨ ਨੀਚੇ। ਬਾਬਾ ਗੁਰਦਿੱਤਾ ਜੀ ਥੱਲੇ ਪਲੰਗ ਦੇ ਕੋਲ ਬੈਠੇ ਨੇ, ਅੱਖਾਂ ਨੀਵੀਆਂ ਕਰਕੇ ਪਿਤਾ ਜੀ ਦੇ ਚਰਨਾਂ ਵਿੱਚ। ਸੂਰਜ ਮਲ ਤਿਸ ਦੇਖ ਗੁਰ ਅੰਮ੍ਰਿਤ ਜਨ ਸੀਚੇ। ਕੋਲ ਬਾਬਾ ਸੂਰਜਮਲ ਜੀ ਵੀ ਬੈਠੇ ਨੇ, ਉਹਨਾਂ ਵੱਲ ਵੀ ਮਹਾਰਾਜ ਅੰਮ੍ਰਿਤ ਦ੍ਰਿਸ਼ਟੀ ਪਾ ਰਹੇ ਨੇ। ਤੇਗ ਬਹਾਦਰ ਦਹਨ ਦੇਸ਼ ਇੱਕ ਰਸ ਬ੍ਰਿਤ ਜਾਹੀ। ਤੇ ਸੱਜੇ ਪਾਸੇ ਗੁਰੂ ਜੀ ਦੇ ਪਲੰਗ ਦੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਚੌਂਕੜਾ ਮਾਰ ਕੇ ਬੈਠੇ, ਜਿਨ੍ਹਾਂ ਦੀ ਇੱਕ ਰਸ ਬਿਰਤੀ ਟਿਕੀ ਹੋਈ ਹੈ। ਸਨਮਾਨਤ ਸਿਰ ਹਾਥ ਤਰਬਾਨੀ ਮ੍ਰਿਤ ਪ੍ਰਾਹੀ। ਤੇ ਮਹਾਰਾਜ ਬੜੇ ਪਿਆਰ ਨਾਲ ਆਪਣੇ ਬੱਚਿਆਂ ਨਾਲ, ਆਪਣੇ ਪੁੱਤਰਾਂ ਨਾਲ ਗੱਲਾਂ ਬਾਤਾਂ ਕਰਦੇ ਨੇ। ਸਾਰਿਆਂ ਦੇ ਸਿਰ ਤੇ ਪਿਆਰ ਫੇਰਿਆ ਹੈ। ਗੁਰੂ ਤੇਗ ਬਹਾਦਰ ਸਾਹਿਬ ਜੀ ਨਾਲ ਗੁਰੂ ਸਾਹਿਬ ਜੀ ਬਹੁਤ ਸਨੇਹ ਪਿਆਰ ਕਰਦੇ ਸਨ 6ਵੇਂ ਪਾਤਸ਼ਾਹ। ਸਾਰੇ ਪਰਿਵਾਰ ਨਾਲ ਹੀ ਪਿਆਰ ਤਾਂ ਪਿਤਾ ਦਾ ਸਾਂਝਾ ਹੀ ਹੁੰਦਾ ਹੈ, ਪਰ ਤੇਗ ਬਹਾਦਰ ਦੀ ਬੈਰਾਗ ਦ੍ਰਿਸ਼ਟੀ ਸੀ। ਬੈਰਾਗ ਬਿਰਤੀ ਦੇਖ ਕੇ ਮਹਾਰਾਜ ਬੜੇ ਖੁਸ਼ ਹੁੰਦੇ ਸਨ ਕਿ ਗੁਰੂ ਘਰ ਵਿੱਚ ਇਹ ਮਹਾਂਪੁਰਸ਼ ਪੈਦਾ ਹੋਇਆ ਹੈ, ਜਿਹੜਾ ਗੁਰੂ ਅਰਜਨ ਦੇਵ ਜੀ ਦੀ ਤਰ੍ਹਾਂ ਬਹੁਤ ਬਾਣੀ ਉਚਾਰਨ ਕਰੇਗਾ ਤੇ ਸ਼ਹੀਦੀ ਵੀ ਪਾਏਗਾ। ਇਹ ਧਰਮ ਦਾ ਰਾਖਾ ਹੋਵੇਗਾ। ਗੁਰੂ ਹਰਗੋਬਿੰਦ ਸਾਹਿਬ ਜਾਣਦੇ ਸਨ ਆਉਣ ਵਾਲਾ ਸਮਾਂ ਕਿੱਦਾਂ ਦਾ ਆ ਰਿਹਾ ਹੈ। ਉਸ ਸਮੇਂ ਸਾਡੇ ਇਸ ਪੁੱਤਰ ਨੇ ਧਰਮ ਦੀ ਰਾਖੀ ਕਰਨੀ ਹੈ। ਇਸ ਕਰਕੇ ਆਪਣੇ ਛੋਟੇ ਸੁਪੁੱਤਰ ਸਭ ਤੋਂ ਛੋਟੇ ਤੇਗ ਬਹਾਦਰ ਵੱਲ ਜ਼ਿਆਦਾ ਸਨੇਹ ਪਿਆਰ ਕਰਦੇ ਹਨ। ਅਣੀ ਰਾਏ ਸਨਮੁਖ ਥਿਰਿਓ ਪਿਤ ਰੂਪ ਦੇਖੰਤੇ। ਸਾਹਮਣੇ ਬਾਬਾ ਅਣੀ ਰਾਏ ਜੀ ਹੱਥ ਜੋੜ ਕੇ ਬੈਠੇ ਆਪਣੇ ਪਿਤਾ ਦਾ ਦਰਸ਼ਨ ਕਰ ਰਹੇ ਹਨ 6ਵੇਂ ਪਾਤਸ਼ਾਹ ਜੀ ਦਾ। ਕਿਰਪਾ ਦ੍ਰਿਸ਼ਟ ਪਰਿਵਾਰ ਪਰ ਸ੍ਰੀ ਗੁਰੂ ਕਰੰਤੇ। ਮਹਾਰਾਜ ਆਪਣੇ ਸਾਰੇ ਪਰਿਵਾਰ ਤੇ ਕਿਰਪਾ ਦ੍ਰਿਸ਼ਟੀ ਕਰਦੇ ਨੇ, ਆਪਣੇ ਲਾਲਾਂ ਵੱਲ, ਪੋਤਿਆਂ ਵੱਲ, ਆਪਣੇ ਪਰਿਵਾਰ ਵੱਲ ਦੇਖ ਕੇ ਬੜੇ ਪ੍ਰਸੰਨ ਹੋਏ ਨੇ 6ਵੇਂ ਪਾਤਸ਼ਾਹ ਜੀ ਮਹਾਰਾਜ।
ਦਾਸ ਰੋ ਦਾਸੀ ਸਭਨ ਹੀ ਠਾਂਡੀ ਕਰ ਜੋਰੇ। ਦਾਸੀਆਂ ਦਾਸ ਹੱਥ ਜੋੜ ਕੇ ਖੜੇ ਹਨ। ਗੁਰੂ ਕੇ ਮਹਿਲਾਂ ਵਿੱਚ ਸ੍ਰੀ ਕਰਤਾਰਪੁਰ ਸਾਹਿਬ ਸੇਵਾਦਾਰ ਸੇਵਾ ਕਰਨ ਲਈ ਤਤਪਰ ਖੜੇ ਹਨ। ਦੇਖ ਆਨੰਦਿਤ ਉਰ ਕਰੇ ਰਸ ਪ੍ਰੇਮ ਸਬੋਰੇ। ਮਹਾਰਾਜ ਉਹਨਾਂ ਵੱਲ ਵੀ ਪ੍ਰੇਮ ਦੀ ਦ੍ਰਿਸ਼ਟੀ ਨਾਲ ਦੇਖਿਆ, ਕਿਉਂਕਿ ਉਹ ਵੀ ਗੁਰੂ ਦਾ ਪਰਿਵਾਰ ਹੀ ਹੈ। ਗੁਰੂ ਸਾਹਿਬ ਨੂੰ ਆਪਣੇ ਪੁੱਤਰ ਤੇ ਆਪਣੇ ਸਿੱਖ ਇੱਕੋ ਹੀ ਜੀ ਲੱਗਦੇ ਹਨ। ਸਿੱਖਾਂ ਨੂੰ ਵੀ ਮਹਾਰਾਜ ਆਪਣੇ ਧੀਆਂ ਪੁੱਤ ਹੀ ਸਮਝਦੇ ਹਨ। ਪਰਿਵਾਰ ਤੇ ਦਵੈਗਰੀ ਦਤਾਈ। ਇਸ ਤਰ੍ਹਾਂ ਪਰਿਵਾਰ ਦੇ ਵਿੱਚ ਦੋ ਘੜੀਆਂ ਬੈਠੇ ਹਨ। ਚਾਰੇ ਸਾਹਿਬਜ਼ਾਦੇ ਬਾਬਾ ਗੁਰਦਿੱਤਾ ਜੀ, ਬਾਬਾ ਸੂਰਜਮਲ ਜੀ, ਬਾਬਾ ਅਣੀ ਰਾਏ ਜੀ ਤੇ ਬਾਬਾ ਤੇਗ ਬਹਾਦਰ ਜੀ, ਤੇ ਦੋ ਪੋਤਰੇ ਬਾਬਾ ਧੀਰਮਲ ਜੀ ਤੇ ਸ੍ਰੀ ਹਰ ਰਾਏ ਜੀ, ਅਤੇ ਘਰ ਦੇ ਜੀਆਂ ਨੂੰ ਸਾਰਿਆਂ ਨੂੰ ਗੁਰੂ ਸਾਹਿਬ ਜੀ ਮਿਲੇ ਹਨ। ਸ੍ਰੀ ਗੁਰਦਿੱਤੇ ਦਸ਼ਪਖਿਓ ਮ੍ਰਿਦ ਗਿਰਾ ਸੁਨਾਈ। ਮਹਾਰਾਜ ਬਾਬਾ ਗੁਰਦਿੱਤਾ ਜੀ ਵੱਲ ਦੇਖ ਕੇ ਪਿਆਰ ਭਰੇ ਬਚਨ ਇਸ ਤਰ੍ਹਾਂ ਕਰਦੇ ਹਨ। ਬ੍ਰਿੰਦ ਮਸੰਦ ਬੁਲਾਏ ਟਿਕ ਬਾਹਿਰ ਥਿਰ ਹੂਜੈ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ, ਬਾਹਰ ਜਿਹੜੇ ਮਸੰਦ ਖੜੇ ਹਨ ਉਹਨਾਂ ਨੂੰ ਬੁਲਾ ਲਵੋ। ਤ੍ਰਿਣ ਦਾਣਾ ਖਾਣਾ ਭਲੇ ਜਿਮ ਸਭ ਕੋ ਪੂਜੈ। ਮਹਾਰਾਜ ਕਹਿੰਦੇ ਬੁਲਾ ਕੇ ਭਾਈ ਗੁਰਦਿੱਤਾ, ਬਾਬਾ ਗੁਰਦਿੱਤਾ ਜੀ ਤੁਸੀਂ ਜਿੰਨੀ ਫੌਜ ਹੈ ਨਾ ਉਹਨਾਂ ਸਾਰੇ ਫੌਜੀਆਂ ਦੇ ਆਸਣ ਲਵਾਓ, ਉਹਨਾਂ ਦਾ ਤਿਆਰ ਕਰਾ ਕੇ ਛਕਾਓ ਤੇ ਘੋੜਿਆਂ ਦਾ ਪੱਠਾ ਦਿਓ, ਤਾਂ ਕਿ ਜਿਹੜੇ ਸਿੱਖ ਥੱਕੇ ਆਏ ਨੇ ਉਹਨਾਂ ਦੇ ਘੋੜੇ ਵੀ ਆਰਾਮ ਕਰ ਲੈਣ ਤੇ ਸਿੱਖ ਵੀ ਆਰਾਮ ਕਰ ਲੈਣ। ਕਰੋ ਦਿਵਾਵਨ ਧੀਰ ਸੋ ਨਰ ਖਰੇ ਕਰੀਜੈ। ਮਹਾਰਾਜ ਕਹਿੰਦੇ ਹੌਸਲੇ ਨਾਲ ਧੀਰਜ ਨਾਲ ਸਾਰਿਆਂ ਘੋੜ ਸਵਾਰਾਂ ਨੂੰ 2-2 ਕਿਲੋ ਜੌਂ ਤੇ 2-2 ਕਿਲੋ ਚਣੇ ਤੇ ਤੂੜੀ ਤੇ ਪੱਠਿਆਂ ਦਾ ਬੰਦੋਬਸਤ ਕਰਾਓ। ਸਭ ਤੋਂ ਪਹਿਲਾਂ ਜ਼ਰੂਰੀ ਹੈ ਘੋੜੇ ਦਾਣਾ ਫੱਕਾ ਖਾ ਕੇ ਪੱਠੇ ਖਾ ਕੇ ਆਰਾਮ ਕਰਨ, ਕਿਉਂਕਿ ਲੰਬਾ ਸਫ਼ਰ ਕਰਕੇ ਆਏ ਹਨ। ਸਭਾ ਜੋਗ ਸਭ ਸੈਨ ਕੀ ਨੀਕੇ ਸੁਧ ਲੀਜੈ। ਔਰ ਸਾਰੀ ਫੌਜ ਨੂੰ ਲੰਗਰ ਪ੍ਰਸ਼ਾਦਾ ਵਧੀਆ ਬਣਾ ਕੇ ਛਕਾਓ, ਸਾਰਿਆਂ ਦੀ ਖਬਰਸਾਰ ਲਵੋ। ਸੂਰਜ ਮਲ ਅਣਰਾਏ ਤਬ ਉਠ ਬਾਹਰ ਆਏ। ਬਾਬਾ ਸੂਰਜਮਲ ਜੀ ਤੇ ਬਾਬਾ ਅਣੀ ਰਾਏ ਜੀ ਦੋਵੇਂ ਉੱਠ ਕੇ ਬਾਹਰ ਆ ਗਏ। ਧੀਰਮਲ ਹਰ ਰਾਏ ਜੀ ਨਿਤ ਸੰਗ ਸਿਧਾਏ। ਬਾਬਾ ਧੀਰਮਲ ਜੀ ਤੇ ਹਰ ਰਾਏ ਜੀ ਨੂੰ ਵੀ ਨਾਲ ਲੈ ਆਏ ਬਾਹਰ। ਤੇਗ ਬਹਾਦਰ ਪੁਨ ਉੱਠੇ ਸਭ ਮਿਲ ਕੇ ਸੰਗਾ। ਫਿਰ ਸ੍ਰੀ ਤੇਗ ਬਹਾਦਰ ਜੀ ਵੀ ਆਪਣੇ ਪਿਤਾ ਜੀ ਨੂੰ ਨਮਸਕਾਰ ਕਰਕੇ ਸਭ ਨੂੰ ਮਿਲ ਕੇ ਉੱਠੇ ਹਨ। ਵਿਖਿਓ ਜਾਨ ਭਾਈ ਭਲੇ ਬਟ ਬੇਗ ਤੁਰੰਗਾ। ਤੇਗ ਬਹਾਦਰ ਜੀ ਘੋੜਿਆਂ ਦੇ ਤਬੇਲੇ 'ਚ ਆ ਗਏ, ਜਿੱਥੇ ਮਹਾਰਾਜ ਛੇਵੇਂ ਪਾਤਸ਼ਾਹ ਦਾ ਜਾਨ ਭਾਈ ਘੋੜਾ ਖੜਾ ਸੀ। ਇਹ ਬਾਬਾ ਵਿਧੀ ਚੰਦ ਲਾਹੌਰ ਦੇ ਕਿਲੇ 'ਚੋਂ ਕੱਢ ਕੇ ਲਿਆਇਆ ਘੋੜਾ। ਇਹਦੇ ਦਰਸ਼ਨ ਕਰਕੇ ਤੇਗ ਬਹਾਦਰ ਜੀ ਬੜੇ ਪ੍ਰਸੰਨ ਹੋਏ ਹਨ। ਸੁੰਦਰ ਹੇਰ ਪ੍ਰਮੋਦ ਤੇ ਕਰ ਫੇਰ ਤਿਅੰਗਾ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਉਦੋਂ ਸਾਧ ਸੰਗਤ ਜੀ ਲਗਭਗ 15-13 ਸਾਲਾਂ ਦੇ ਸਨ। ਬਹੁਤੇ ਜਵਾਨ ਨਹੀਂ ਸੀ ਹੋਏ, ਛੋਟੀ ਉਮਰ ਸੀ, ਅਜੇ 12-13 ਸਾਲ ਦੇ ਸਨ, ਪਰ ਕੱਦ ਕਾਠ ਏਦਾਂ ਲੱਗਦਾ ਸੀ ਜਿਵੇਂ 18 ਸਾਲ ਦੇ ਹੋਣ। ਮਹਾਰਾਜ ਛੇਵੇਂ ਪਾਤਸ਼ਾਹ ਦੀ ਤਰ੍ਹਾਂ ਗੁਰੂ ਤੇਗ ਬਹਾਦਰ ਸਾਹਿਬ ਵੀ ਬੜੇ ਜਵਾਨ ਹੋਏ ਤੇ ਕਹਿੰਦੇ ਜਾ ਕੇ ਘੋੜੇ ਦੇ ਕੋਲ ਖੜ ਗਏ ਤੇ ਉਹਦੀ ਪਿੱਠ ਤੇ ਹੱਥ ਫੇਰਿਆ ਹੈ। ਮਨੋ ਚਿਤਰੇ ਲਿਖ ਕਰੀ ਮੂਰਤ ਸਰਬੰਗਾ। ਘੋੜਾ ਇੰਜ ਸੋਹਣਾ ਸੀ, ਇੰਨਾ ਸੋਹਣਾ ਸੀ, ਇੰਨਾ ਸੋਹਣਾ ਸੀ, ਮਾਨੋ ਕਿਸੇ ਚਿੱਤਰਕਾਰ ਨੇ ਤਸਵੀਰ ਛਾਪੀ ਹੋਵੇ, ਕਿਸੇ ਚਿਤੇਰੇ ਨੇ, ਚਿੱਤਰਕਾਰ ਨੇ, ਕਿਸੇ ਪੇਂਟਿੰਗ ਕਰਨ ਵਾਲੇ ਨੇ ਪੇਂਟਿੰਗ ਬਣਾਈ ਹੋਵੇ, ਏਦਾਂ ਦਾ ਇਹ ਘੋੜਾ ਸੁੰਦਰ ਸੀ। ਹਿਮਤ ਸਭ ਪਰ ਮਹਿ ਮਹਾ ਪਰਵਾਰ ਮਝਾਰਾ। ਸਾਰਿਆਂ ਨੇ ਘੋੜੇ ਦੇ ਦਰਸ਼ਨ ਕੀਤੇ, ਖਾਸ ਕਰਕੇ ਤੇਗ ਬਹਾਦਰ ਜੀ ਨੂੰ ਘੋੜਿਆਂ ਦਾ ਬੜਾ ਸ਼ੌਂਕ ਸੀਗਾ। ਸਾਧ ਸੰਗਤ ਜੀ ਗੁਰੂ ਤੇਗ ਬਹਾਦਰ ਸਾਹਿਬ ਜੀ ਹੋਏ ਤਾਂ ਬੈਰਾਗ ਬਿਰਤੀ ਵਾਲੇ ਹਨ, ਭਾਵ ਜ਼ਿਆਦਾਤਰ ਬਾਣੀ ਵੀ ਬੈਰਾਗ ਦੀ ਲਿਖੀ ਹੈ, ਰਹੇ ਵੀ ਸਾਧੂਆਂ ਬੈਰਾਗੀਆਂ ਦੀ ਤਰ੍ਹਾਂ ਹੀ ਹਨ, ਬੈਰਾਗਵਾਨ ਹੀ ਰਹੇ ਨੇ। ਬਾਣੀ 'ਚ ਵੀ ਕਹਿੰਦੇ ਨੇ ਜੇ ਵਿਖਿਆ ਸਗਲੀ ਤਜੀ ਲਿਓ ਭੇਖ ਬੈਰਾਗ, ਕਉ ਨਾਨਕ ਸੁਨ ਰੇ ਮਨਾ ਤੇ ਨਰ ਮਾਥੈ ਭਾਗ। ਪਰ ਆਪ ਜੀ ਬਿਰਤੀ ਰਾਜਿਆਂ ਵਾਲੀ ਵੀ ਰੱਖੀ ਹੈ,
ਵਿਰਾਗ ਦੇ ਵਿੱਚ ਸਾਧ ਸੰਗਤ ਜੀ ਆਪ ਜੀ ਰਹੇ ਹਨ, ਪਰ ਨਾਲ ਸ਼ਸਤਰ ਵੀ ਰੱਖੇ। ਅੱਜ ਵੀ ਬਹੁਤ ਥਾਵਾਂ ਤੇ ਗੁਰੂ ਤੇਗ ਬਹਾਦਰ ਸਾਹਿਬ ਦੇ ਗਾਤਰਿਆਂ ਦੇ ਸ਼ਸਤਰਾਂ ਦੇ ਦਰਸ਼ਨ ਹੁੰਦੇ ਹੈ। ਧਮਧਾਨ ਸਾਹਿਬ ਗੁਰਦੁਆਰਾ ਜੀਂਦ ਦੇ ਇਲਾਕੇ ਹਰਿਆਣੇ ਵਿੱਚ ਬੜਾ ਵੱਡਾ ਹੈ। ਉੱਥੇ ਮਹਾਰਾਜ 9ਵੇਂ ਪਾਤਸ਼ਾਹ ਦੀ ਤਲਵਾਰ ਸੁਨਹਿਰੀ ਮੁੱਠੇ ਵਾਲੀ ਬੜੀ ਸੁੰਦਰ ਦਰਸ਼ਨ ਕਰਨ ਨੂੰ ਮਿਲਦੀ ਹੈ। ਤੀਰ ਕਮਾਨ ਵੀ ਪਹਿਨਦੇ ਸਨ ਔਰ 9ਵੇਂ ਪਾਤਸ਼ਾਹ ਆਪਣੇ ਪਿਤਾ 6ਵੇਂ ਪਾਤਸ਼ਾਹ ਦੀ ਤਰ੍ਹਾਂ ਘੋੜੇ ਦੀ ਸਵਾਰੀ ਤੇ ਜੰਗ ਦੇ ਕੌਤਕ ਵੀ ਕਰਦੇ, ਸ਼ਸਤਰ ਵਿਦਿਆ ਵੀ ਸਿੱਖਦੇ ਸਨ। ਤੇਗ ਚਲਾਣ ਦੇ ਬੜੇ ਧਨੀ ਸਨ, ਇਸ ਕਰਕੇ ਤੇਗ ਬਹਾਦਰ ਉਹਨਾਂ ਦਾ ਨਾਮ ਪਿਆ ਸੀ। ਤੇ ਘੋੜਿਆਂ ਦੇ ਵੀ ਸ਼ੌਕੀਨ ਸਨ ਤੇ ਸ਼ਿਕਾਰ ਵੀ ਖੇਡਿਆ ਕਰਦੇ ਸਨ। ਅੱਜ ਆਪਣੇ ਪਿਤਾ ਗੁਰਦੇਵ ਦਾ ਘੋੜਾ ਬੜੇ ਧਿਆਨ ਨਾਲ ਦੇਖਿਆ ਤੇ ਬੜੇ ਖੁਸ਼ ਹੋਏ ਹਨ। ਦੀਪ ਮਾਲਕਾ ਬਹੁ ਕਰੀ ਘਰ ਗਰੀ ਬਜ਼ਾਰਾ। ਔਰ ਸ੍ਰੀ ਕਰਤਾਰਪੁਰ ਸਾਹਿਬ ਦੀਆਂ ਗਲੀਆਂ ਵਿੱਚ ਰਾਤ ਨੂੰ ਸਿੱਖਾਂ ਨੇ ਘਿਓ ਦੇ ਦੀਵੇ ਬਾਲੇ, ਖੁਸ਼ੀ ਮਨਾਈ ਵੀ ਸਾਡੇ ਗੁਰੂ ਜੀ ਬੜੇ ਚਿਰਾਂ ਬਾਅਦ ਆਏ ਹਨ ਪਿੰਡ ਵਿੱਚ। ਅਤਿ ਆਨੰਦ ਸਭ ਮੈਂ ਭਇਓ ਜਿਮ ਰਾਵਣ ਮਾਰਾ। ਇਸ ਨਗਰ ਦੇ ਵਿੱਚ ਇੰਨਾ ਆਨੰਦ ਹੋਇਆ, ਇੰਨੀ 6ਵੇਂ ਪਾਤਸ਼ਾਹ ਦੀ ਆਮਦਨ ਦੀ ਖੁਸ਼ੀ ਹੋਈ। 6ਵੇਂ ਪਾਤਸ਼ਾਹ ਦੇ ਆਉਣ ਨਾਲ ਸਿੱਖਾਂ ਨੂੰ ਇੰਨਾ ਚਾਹ ਚੜਿਆ ਵੀ ਜਿਵੇਂ ਰਾਵਣ ਨੂੰ ਮਾਰ ਕੇ ਸ੍ਰੀ ਰਾਮਚੰਦਰ ਜੀ ਆਏ ਸਨ, ਅਯੁੱਧਿਆ ਦੇ ਲੋਕਾਂ ਨੇ ਖੁਸ਼ੀ ਮਨਾਈ ਸੀ। ਕਰਤਾਰਪੁਰ ਵਾਸੀ ਸਿੱਖ ਵੀ ਇਉਂ ਖੁਸ਼ ਹੋਏ ਨੇ। ਰਾਮਚੰਦਪੁਰ ਆਪਣੇ ਮਿਲ ਕਲ ਪਰਿਵਾਰਾ। ਜਿਵੇਂ ਸ੍ਰੀ ਰਾਮਚੰਦਰ ਜੀ ਮਹਾਰਾਜ ਰਾਵਣ ਨੂੰ ਮਾਰ ਕੇ 14 ਸਾਲ ਦਾ ਬਨਵਾਸ ਪੂਰਾ ਕਰਕੇ ਵੀਰ ਤੀਆ ਸੰਗ ਲੈ ਪਲਟ ਘਰ ਆਏ ਬੋ। ਕਹਿੰਦੇ ਆਪਣੀ ਪਤਨੀ ਸੀਤਾ ਨੂੰ ਤੇ ਆਪਣੇ ਭਾਈ ਲక్ష్మణ ਨੂੰ ਨਾਲ ਲੈ ਕੇ ਜਦੋਂ ਵਾਪਸ ਆਏ ਸਨ, ਅਯੁੱਧਿਆ ਵਾਸੀਆਂ ਨੂੰ ਜਿੰਨੀ ਖੁਸ਼ੀ ਹੋਈ ਸੀ, ਇੰਨੀ ਖੁਸ਼ੀ ਕਰਤਾਰਪੁਰ ਵਾਸੀ ਸਿੱਖਾਂ ਨੂੰ ਹੋਈ ਹੈ। ਦੋਹਰਾ ਨਿਜ ਕਰ ਪੈਂਦੇ ਖਾਨ ਸੁਨ ਆਇਓ ਕਰਤਿਓ ਤਾਲ। ਉਧਰੋਂ ਪੈਂਦੇ ਖਾਂ ਦਾ ਪਿੰਡ ਲਾਗੀ ਛੋਟੇ ਮੀਰ ਹੈ। ਉੱਥੇ ਪੈਂਦੇ ਖਾਂ ਨੂੰ ਪਤਾ ਲੱਗਾ ਵੀ ਗੁਰੂ ਮਹਾਰਾਜ ਆ ਗਏ ਵਾਪਸ। ਪੈਂਦੇ ਖਾਂ ਬੜੀ ਛੇਤੀ ਨਾਲ ਗੁਰੂ ਸਾਹਿਬ ਦੇ ਦਰਸ਼ਨਾਂ ਲਈ ਕਾਹਲੀ ਕਾਹਲੀ ਆ ਗਿਆ। ਬਿਧੀ ਚੰਦ ਕੋ ਮਿਲਤ ਭਾ ਕਰ ਸਲਾਮ ਤਤਕਾਲ। ਭਾਈ ਬਿਧੀ ਚੰਦ ਜੀ ਨੂੰ ਮਿਲਿਆ ਤੇ ਸਲਾਮ ਬੋਲੀ, ਕਿਉਂਕਿ ਪੈਂਦੇ ਖਾਂ ਪਠਾਣਾ ਦਾ ਮੁੰਡਾ ਸੀਗਾ। ਮਾਤਾ ਪਿਤਾ ਮਰ ਗਏ ਸਨ, ਮਾਮਾ ਇਹਨੂੰ ਪਾਲਦਾ ਸੀ। ਇਹਦੇ ਮਾਮੇ ਨੇ ਇਹਨੂੰ ਗੁਰੂ ਮਹਾਰਾਜ ਦੇ ਚਰਨਾਂ 'ਚ ਲਿਆਂਦਾ। 14-15 ਸਾਲਾਂ ਦਾ, 16 ਸਾਲਾਂ ਦਾ ਇਹ ਗੱਭਰੂ ਤੇ ਮਾੜੀ ਮਾੜੀ ਮੁੱਛ ਫੁੱਟੀ ਸੀ। 6 ਫੁੱਟ 6.5 ਫੁੱਟ ਕੱਦ ਸੀਗਾ। ਤੇ ਗੁਰੂ ਸਾਹਿਬ ਨੇ ਇਹਨੂੰ ਰੱਖ ਕੇ ਪਾਲਿਆ ਤੇ ਵਰਜਿਸ਼ ਕਰਾਈ ਤੇ 2 ਮੱਝਾਂ ਦਾ ਦੁੱਧ ਇੱਕ ਟਾਈਮ ਪੀ ਜਾਂਦਾ ਸੀ। ਇੰਨੀ ਖੁਰਾਕ ਇਹਦੀ ਮਹਾਰਾਜ ਨੇ ਬੰਨੀ ਸੀ। 9 ਮਣ ਦੀਆਂ ਮੂੰਗਲੀਆਂ 9-9 ਮਣ ਦੀਆਂ ਹੱਥ ਵਿੱਚ ਲੈ ਕੇ ਦੋਵਾਂ ਡੋਲਿਆਂ ਨਾਲ ਘੁਮਾਉਂਦਾ ਰਹਿੰਦਾ। ਰੁਪਈਆ ਤਲੀ ਤੇ ਧਰ ਕੇ ਅੰਗੂਠੇ ਦੇ ਨਾਲ ਉੱਤੋਂ ਹਰਫ ਮਿਟਾ ਦਿੰਦਾ ਸੀ। ਢਾਲ ਨੂੰ ਕਾਗਜ਼ ਤਰ੍ਹਾਂ ਚੀਰ ਦਿੰਦਾ ਸੀ। 2 ਝੋਟਿਆਂ ਨੂੰ ਪਿੜਾ ਕੇ ਤੇ ਸਿੰਘਾਂ ਤੋਂ ਫੜ ਕੇ ਇੱਕ ਨੂੰ ਇੱਧਰ ਧੱਕ ਦਿੰਦਾ ਸੀ, ਇੱਕ ਨੂੰ ਇੱਧਰ ਧੱਕ ਦਿੰਦਾ ਸੀ। ਐਡਾ ਜਵਾਨ ਸੀ ਪੈਂਦੇ ਖਾਂ। ਗੁਰੂ ਸਾਹਿਬ ਦੇ ਨਾਲ ਇੱਕ ਜੰਗ ਵਿੱਚ ਸ਼ਾਮਲ ਹੋਇਆ, ਅੰਮ੍ਰਿਤਸਰ ਵਾਲੀ ਜੰਗ ਵਿੱਚ। ਬਾਅਦ ਵਿੱਚ ਗੁਰੂ ਸਾਹਿਬ ਨੇ ਇਹਨੂੰ ਹੰਕਾਰੀ ਜਾਣ ਕੇ ਪਰੇ ਕਰ ਦਿੱਤਾ ਸੀ। ਹੁਣ ਮਹਾਰਾਜ ਤੀਜੀ ਜੰਗ ਲੜ ਕੇ ਆਏ ਨੇ, ਉਹਦੇ ਵਿੱਚ ਵੀ ਇਹਨੂੰ ਬੁਲਾਇਆ ਨਹੀਂ। ਇਹਦੇ ਤੋਂ ਬਿਨਾਂ ਹੀ ਗੁਰੂ ਸਾਹਿਬ ਜੰਗ ਜਿੱਤ ਆਏ ਨੇ। ਪੈਂਦੇ ਖਾਂ ਪਤਾ ਲੈਣ ਵਾਸਤੇ ਛੇਤੀ ਨਾਲ ਆਇਆ ਹੈ। ਨਿਸ਼ਾਨੀ ਛੰਦ ਸਤਿਗੁਰ ਕੀ ਸੁਧ ਬੂਝ ਜਬ ਮੰਦਰ ਨਿਜ ਮਾਹੀ। ਆ ਕੇ ਪੁੱਛਿਆ, ਭਾਈ ਬਿਧੀ ਚੰਦ ਜੀ ਨੂੰ ਮਿਲਿਆ। ਭਾਈ ਬਿਧੀ ਚੰਦ ਜੀ ਦਾ ਸਤਿਕਾਰ ਵੀ ਕਰਦਾ ਸੀ, ਉਹਨਾਂ ਨੂੰ ਆਪਣਾ ਸੀਨੀਅਰ ਵੀ ਸਮਝਦਾ ਸੀ। ਵੱਡੇ ਸਨ ਉਹ, ਯੋਧੇ ਵੀ ਬੜੇ ਕਮਾਲ ਦੇ ਸਨ, ਪਰ ਆਪਣੀ ਤਾਕਤ ਪੈਂਦਾ ਮਾਣ ਵੀ ਜ਼ਿਆਦਾ ਕਰਦਾ ਸੀ। ਭਾਈ ਬਿਧੀ ਚੰਦ ਜੀ ਨੂੰ ਮਿਲ ਕੇ ਕਹਿਣ ਲੱਗਾ ਵੀ ਗੁਰੂ ਸਾਹਿਬ ਦੇ ਦਰਸ਼ਨ ਕਰਨੇ। ਗੁਰੂ ਸਾਹਿਬ ਕਿੱਥੇ ਹਨ ਇਸ ਵੇਲੇ? ਭਾਈ ਸਾਹਿਬ ਨੇ ਦੱਸਿਆ ਵੀ ਇਸ ਵੇਲੇ ਸਤਿਗੁਰੂ ਆਪਣੇ ਮਹਿਲਾਂ ਵਿੱਚ ਬੈਠੇ ਹਨ। ਬੈਠ ਨਿਕਟ ਕਰ ਬਾਰ ਤਾਕਿਮ ਪੀਰਨ ਮਾਹੀ। ਔਰ ਕਹਿੰਦੇ ਭਾਈ ਬਿਧੀ ਚੰਦ ਕੋਲ ਬਹਿ ਕੇ ਗੱਲਾਂ ਬਾਤਾਂ ਕਰਨ ਲੱਗਾ ਵੀ ਜੰਗ 'ਚ ਦੱਸੋ ਕੀ ਬੀਤਿਆ ਹੈ। ਸੁਣਿਆ ਬੜੀ ਵੱਡੀ ਲੜਾਈ ਹੋਈ ਹੈ,
ਬੜਾ ਵੱਡਾ ਯੁੱਧ ਘਮਸਾਣ ਦਾ ਗੁਰੂ ਸਾਹਿਬ ਲੜ ਕੇ ਆਏ ਨੇ, ਉਹਦੀ ਮੈਨੂੰ ਸੁਣਾਓ ਖਬਰ। ਵਿਧੀਏ ਸਕਲ ਬਖਾਨ ਤਬ ਜਿਮ ਭਾਕ ਮਸਾਨਾ। ਭਾਈ ਵਿਧੀ ਚੰਦ ਜੀ ਸਾਰੀ ਗੱਲ ਦੱਸਦੇ ਵੀ ਕਿਵੇਂ ਘਮਸਾਣ ਹੋਇਆ। ਵੀ ਮੈਂ ਘੋੜੇ ਕੱਢ ਕੇ ਲੈ ਆਇਆ ਕਿਲੇ ਚੋਂ, ਉਹਦਾ ਬਦਲਾ ਲੈਣ ਲਈ ਬਾਦਸ਼ਾਹ ਨੇ ਫੌਜਾਂ ਭੇਜੀਆਂ ਨੇ। ਤੁਰਕਾਨੀ ਬਹੁ ਬਾਹਨੀ ਧਰਿਆ ਯੁਧ ਨਾਨਾ। ਤੁਰਕਾਂ ਦੀ ਫੌਜ ਬਹੁਤ ਜ਼ਿਆਦਾ, ਲਗਭਗ 30-35 ਹਜ਼ਾਰ ਫੌਜ ਚੜ੍ਹ ਕੇ ਆਈ ਸ਼ਸਤਰ ਲੈ ਕੇ। ਆਏ ਪਰੀ ਅਦ ਜਾਮਨੀ ਗਣ ਛੁਟੀ ਤਫੰਗਾ। ਅੱਧੀ ਰਾਤ ਨੂੰ ਤੁਰਕ ਸਾਡੇ ਤੇ ਆ ਪਏ ਤੇ ਗੋਲੀ ਚੱਲਣੀ ਸ਼ੁਰੂ ਹੋ ਗਈ। ਪਹੁੰਚੇ ਸਤਿਗੁਰ ਸੂਰਮੇ ਕਰ ਤੇਜ ਤੁਰੰਗਾ। ਤੇ ਉਹਨਾਂ ਦਾ ਰਾਹ ਰੋਕਣ ਲਈ ਗੁਰੂ ਦੇ ਸੂਰਮੇ ਅੱਗੇ ਚਲੇ ਗਏ। 5-7 ਮੀਲ ਦੁਸ਼ਮਣ ਨੂੰ ਅੱਗੋਂ ਹੀ ਜਾ ਰੋਕਿਆ। ਲੜਤ ਭਏ ਮੇਰੇ ਆਪ ਮੈਂ ਤੋਮਰ ਤਰਵਾਰ। ਤੇ ਕਹਿੰਦੇ ਤੁਰਕਾਂ ਨਾਲ ਯੁੱਧ ਸ਼ੁਰੂ ਕਰ ਦਿੱਤਾ ਤੇ ਤੁਰਕ ਆਪਸ 'ਚ ਹੀ ਲੜਨ ਲੱਗ ਪਏ ਹਨੇਰੇ ਵਿੱਚ। ਇੱਕ ਤਾਂ ਠੰਡ ਬੜੀ ਸੀ, ਪਾਲਾ ਪੈ ਰਿਹਾ ਸੀ, ਉੱਤੇ ਅੱਧੀ ਰਾਤ ਦਾ ਟਾਈਮ ਸੀ। ਦੂਸਰਾ ਤੁਰਕ 40 ਘੰਟੇ ਲਗਾਤਾਰ ਤੁਰਦੇ ਹੀ ਆਏ ਸਨ। ਰਸਤੇ 'ਚ ਕਿਤੇ ਆਰਾਮ ਨਹੀਂ ਸੀ ਕੀਤਾ ਤੇ ਲੰਗਰ ਪ੍ਰਸ਼ਾਦਾ ਵੀ ਨਹੀਂ ਸੀ ਛਕਿਆ। 40 ਘੰਟਿਆਂ ਦੇ ਭੁੱਖੇ ਪਿਆਸੇ ਥੱਕੇ ਟੁੱਟੇ ਤੁਰਕ ਅੰਨ੍ਹੇਵਾਹ ਲੜਨ ਲੱਗ ਪਏ। ਇਹ ਨਹੀਂ ਸੋਚਿਆ ਵੀ ਸਿੱਖਾਂ ਨਾਲ ਲੜ ਰਹੇ ਹਾਂ ਕਿ ਆਪਸ 'ਚ ਹੀ ਲੜ ਰਹੇ ਹਾਂ। ਏਦਾਂ ਆਪਸ 'ਚ ਲੜਦੇ ਲੜਦੇ 25,000 ਫੌਜ ਤਾਂ ਰਾਤੋਂ ਰਾਤ ਹੀ ਮਰਵਾ ਬੈਠੇ ਸਨ। ਨਹਿ ਤੁਰਕਨ ਤੇ ਕਛ ਸਰੀ ਐਮ ਸਮਖ ਪ੍ਰਹਾਰੈ। ਭਾਈ ਵਿਧੀ ਚੰਦ ਜੀ ਦੱਸ ਰਹੇ ਵੀ ਤੁਰਕਾਂ ਕੋਲੋਂ ਗੁਰੂ ਦਾ ਵਾਲ ਵੀ ਵਿੰਗਾ ਨਹੀਂ ਹੋਇਆ, ਸਾਡਾ ਕੁਛ ਵਿਗਾੜ ਨਹੀਂ ਸਕੇ, ਆਪਸ ਵਿੱਚ ਹੀ ਲੜ ਕੇ ਮਰ ਗਏ ਹਨ। ਨਿਸਮਹਿ ਮਰੇ ਸਹਸਰ ਬਹੁ ਪੁਨ ਭਇਓ ਪ੍ਰਕਾਸ਼ਾ। ਲਗਭਗ 25,000 ਤਾਂ ਰਾਤੋਂ ਰਾਤ ਹੀ ਮਰ ਗਿਆ ਹਨੇਰੇ ਦੇ ਵਿੱਚ ਆਪਸ ਵਿੱਚ ਲੜ ਕੇ। ਚੜੇ ਆਪ ਹੈ ਪਰ ਗੁਰੂ ਹਿਤ ਰੁਪਨ ਬਿਨਾਸ਼ਾ। ਤੇ ਜਦੋਂ ਅਗਲਾ ਦਿਨ ਚੜਿਆ ਮਹਾਰਾਜ ਘੋੜੇ ਤੇ ਚੜ ਕੇ ਮੈਦਾਨੇ ਜੰਗ ਵਿੱਚ ਆਪ ਆਏ ਹਨ। ਬਲੀ ਕਾਬਲੀ ਬੇਗ ਭਟ ਉਮਰਾਬ ਮਹਾਨਾ। ਪੈਂਦੇ ਖਾਨ ਇੱਕ ਬੜਾ ਜਵਾਨ ਕਾਬਲ ਦਾ ਗਿਲਜਾ, ਕਾਬਲ ਬੇਗ ਬਹੁਤ ਵੱਡਾ ਬਲੀ ਤੇਰੇ ਵਰਗਾ ਜਵਾਨ ਸੀ। ਧੁੰਦ ਜੁੱਧ ਕੀਨੋ ਮਹਾ ਗਹਿ ਹਾਥ ਕਿਰਪਾਨਾ। ਉਹਨੇ ਗੁਰੂ ਮਹਾਰਾਜ ਨਾਲ ਯੁੱਧ ਕੀਤਾ ਢਾਲ ਤਲਵਾਰ ਲੈ ਕੇ। ਉਹ ਬੜਾ ਜੰਗੀ ਯੋਧਾ ਸੀ। ਉਹਨੇ ਗੁਰੂ ਸਾਹਿਬ ਦੇ ਗੋਡੇ ਤੇ ਤਲਵਾਰ ਦਾ ਪਿਪਲਾ ਵੀ ਮਾਰਿਆ। ਸਤਿਗੁਰ ਖੜਗ ਪ੍ਰਹਾਰ ਕੈ ਰਾਖਿਓ ਵਿੱਚ ਖੇਤਾ। ਭਾਵੇਂ ਗੁਰੂ ਸਾਹਿਬ ਜੀ ਨੂੰ ਬਹੁਤਾ ਕਾਰੀ ਜ਼ਖਮ ਨਹੀਂ ਲੱਗਾ, ਪਰ ਉਹਨੇ ਕੋਸ਼ਿਸ਼ ਪੂਰੀ ਕੀਤੀ ਗੁਰੂ ਸਾਹਿਬ ਨੂੰ ਮਾਰ ਮੁਕਾਉਣ ਦੀ। ਫਿਰ ਗੁਰੂ ਸਾਹਿਬ ਇੱਕੋ ਹੀ ਵਾਰ ਦੇ ਨਾਲ ਉਹਨੂੰ ਚੀਰ ਸੁੱਟਿਆ। ਲੱਲਾ ਬੇਗ ਸਭ ਚਮੂ ਮੁਖ ਆਇਓ ਰਣ ਹੇਤਾ। ਤੇ ਫਿਰ ਲੱਲਾ ਬੇਗ ਜਿਹੜਾ ਉਹ ਆਪਣੀ ਫੌਜ ਲੈ ਕੇ ਆਇਆ ਗੁਰੂ ਸਾਹਿਬ ਨਾਲ ਯੁੱਧ ਕਰਨ ਵਾਸਤੇ। ਅਰਿਓ ਪ੍ਰਥਮ ਜੇਠਾ ਤਹਾਂ ਬਹੁ ਕਰ ਹਥਿਆਰਾ। ਭਾਈ ਸਾਹਿਬ ਭਾਈ ਜੇਠਾ ਜੀ ਸਾਡੇ ਪਰਮ ਮਿੱਤਰ, ਉਹ ਵੈਰੀ ਦਾ ਮੁਕਾਬਲਾ ਕਰ ਰਹੇ ਸਨ। ਉਹਨਾਂ ਨੇ ਬੈਰੀਆਂ ਦੇ ਆਹੁਲਾ ਸੁੱਟੇ। ਘਿਰਿਓ ਤੁਰਕ ਗਨ ਮਹਾਬਲੀ ਬਹੁਤਨ ਮਿਲ ਮਾਰਾ। ਮਹਾਬਲੀ ਸੂਰਬੀਰ ਯੋਧਾ ਭਾਈ ਜੇਠਾ ਸੈਂਕੜਿਆਂ ਨਾਲ ਲੜਦਾ ਹੋਇਆ, ਹਜ਼ਾਰਾਂ ਨਾਲ ਲੜਦਾ ਹੋਇਆ, ਹਜ਼ਾਰਾਂ ਸੱਟਾਂ ਖਾ ਕੇ ਤੀਰਾਂ ਗੋਲੀਆਂ ਨਾਲ ਛਾਨਣੀ ਹੋ ਕੇ ਸ਼ਹੀਦੀ ਪਾ ਗਿਆ। ਪੁਨ ਗੁਰ ਗਮਨੇ ਸਮੁਖ ਤੇ ਸੰਗਰ ਬਡਠਾਨਾ। ਫਿਰ ਗੁਰੂ ਹਰਗੋਬਿੰਦ ਸਾਹਿਬ ਜੀ ਖੁਦ ਮੈਦਾਨ ਵਿੱਚ ਲੱਲਾ ਬੇਗ ਦੇ ਸਾਹਮਣੇ ਜਾ ਪਹੁੰਚੇ ਤੇ ਗੁਰੂ ਸਾਹਿਬ ਨੇ ਲੱਲਾ ਬੇਗ ਨੂੰ ਆਪਣੇ ਹੱਥੀਂ ਮਾਰਿਆ। ਲੱਲਾ ਬੇਗ ਯਾਰ ਗੁਰੂ ਕੇ ਹੋਏ ਹੈ ਹਾਨਾ। ਕਹਿੰਦੇ ਪਹਿਲਾਂ ਗੁਰੂ ਸਾਹਿਬ ਦੇ ਅਤੇ ਲੱਲਾ ਬੇਗ ਦੇ ਘੋੜੇ ਮਰ ਗਏ ਲੜਾਈ ਦੇ ਵਿੱਚ। ਸੋ ਪੀ ਲੀਨੋ ਮਾਰ ਕਰ ਸਭ ਚੰਮੂ ਪ੍ਰਹਾਰੀ। ਫਿਰ ਲੱਲਾ ਬੇਗ ਵੀ ਮਾਰ ਦਿੱਤਾ ਤੇ ਸਾਰੀ ਫੌਜ ਵੀ ਮਾਰ ਦਿੱਤੀ ਲੱਲਾ ਬੇਗ ਦੀ। ਭਈ ਬਰਾਜੈ ਤੁਰਕ ਇਮ ਗੁਰ ਜੈ ਕਰ ਭਾਰੀ। ਏਦਾਂ ਤੁਰਕਾਂ ਦੀ ਹਾਰ ਹੋਈ ਹੈ ਤੇ ਗੁਰੂ ਮਹਾਰਾਜ ਦੀ ਫਤਿਹ ਹੋਈ ਹੈ, ਜਿੱਤ ਹੋਈ ਹੈ। ਜਾਤੀ ਮਲਕ ਜੇ ਆਦ ਭੱਟ ਗਨ ਸ਼ਸਤਰ ਪ੍ਰਹਾਰੇ। ਗੁਰੂ ਕੀ ਫੌਜ ਦੇ ਸੂਰਮੇ ਭਾਈ ਜਾਤੀ ਮਲਕ ਜੀ ਵਰਗੇ ਜਿਨ੍ਹਾਂ ਨੇ ਸ਼ਸਤਰ ਚਲਾਏ ਮੈਦਾਨੇ ਜੰਗ ਵਿੱਚ। ਸੁਣ ਪੈਂਦੇ ਖਾਂ ਕਹਿਤ ਭਾਕ ਕਿਆ ਕਰੋ ਉਚਾਰੇ। ਪੈਂਦੇ ਖਾਂ ਵਿਧੀ ਚੰਦ ਦੀ ਗੱਲ ਸੁਣ ਕੇ ਥੋੜਾ ਜਿਹਾ ਉਦਾਸ ਹੋ ਗਿਆ ਤੇ ਉਹ ਲਾਂਭਾ ਜਿਹਾ ਦਿੰਦਾ ਹੋਇਆ ਏਦਾਂ ਬੋਲਿਆ, ਕਹਿੰਦਾ ਮੈਂ ਕੀ ਆਖਾਂ ਹੁਣ। ਮੈਂ ਹੋ ਤੋ ਜੇ ਰਣ ਵਿਖੈ ਬਲ ਕਰਤ ਕਨੇਰੇ। ਜੇ ਮੈਨੂੰ ਬੁਲਾ ਲੈਂਦੇ ਗੁਰੂ ਜੀ ਜੰਗ ਵਿੱਚ ਤੇ ਫਿਰ ਮੇਰੇ ਹੱਥ ਵੇਖਦੇ।
ਮੈਂ ਯੁੱਧ ਕਰਦਾ ਨਾ ਫਿਰ ਪਤਾ ਲੱਗਦਾ ਗੁਰੂ ਸਾਹਿਬ ਨੂੰ ਵੀ ਵੈਰੀਆਂ ਦੇ ਕਿਵੇਂ ਮੈਂ ਦੰਦ ਖੱਟੇ ਕਰਨੇ ਸੀ। ਗੁਰ ਕੋ ਜਾਣਨ ਦੇਤ ਕਬ ਹੈ ਹਤਿਓਗ ਅਗੇਰੇ। ਮਹਾਰਾਜ ਨੂੰ ਤੇ ਮੈਂ ਜੰਗ 'ਚ ਜਾਣ ਹੀ ਨਹੀਂ ਸੀ ਦੇਣਾ। ਮੈਂ ਹੁੰਦਾ ਤੇ ਮਹਾਰਾਜ ਨੂੰ ਕਹਿਣਾ ਸੀ ਵੀ ਤੁਸੀਂ ਤੇ ਆਰਾਮ ਨਾਲ ਪਲੰਘੇ ਤੇ ਬੈਠੇ ਰਹੋ, ਮੈਂ ਤੁਹਾਡਾ ਪੁੱਤਰ ਹਾਂ, ਮੈਂ ਜਾ ਕੇ ਮਾਰਾਂਗਾ ਲਲਾ ਬੇਗ ਨੂੰ। ਮੈਂ ਮਹਾਰਾਜ ਦਾ ਘੋੜਾ ਵੀ ਨਹੀਂ ਸੀ ਮਰਨ ਦੇਣਾ। ਹਿਉ ਜੇ ਠਾਰਣ ਹੋਏ ਹੱਥ ਮੈਂ ਬਣਤ ਸਹਾਈ। ਜੇ ਮੈਂ ਹੁੰਦਾ ਨਾ ਤੇ ਭਾਈ ਜੇਠਾ ਵੀ ਨਹੀਂ ਸੀ ਮਰਨਾ, ਮੈਂ ਜੇਠੇ ਨੂੰ ਵੀ ਨਹੀਂ ਸੀ ਮਰਨ ਦੇਣਾ। ਸਮਾਨ ਆਵੇ ਹੱਥ ਕਬ ਕਿਆ ਕਹੋ ਸੁਨਾਈ। ਪੈਂਦੇ ਖਾਂ ਕਹਿੰਦਾ ਹੁਣ ਮੈਂ ਕੀ ਆਖਾਂ, ਮੈਨੂੰ ਬੁਲਾਇਆ ਹੀ ਕੋਈ ਨਹੀਂ। ਕਿਹੜਾ ਸਮਾਂ, ਮੈਂ ਤਾਂ ਪਛਤਾ ਰਿਹਾ ਵੀ ਮੈਂ ਗੁਰੂ ਸਾਹਿਬ ਤੋਂ ਨਿਖੜ ਗਿਆ। ਕਿਤੇ ਜੰਗ ਵਿੱਚ ਮੈਂ ਹੁੰਦਾ ਤੇ ਫਿਰ ਮੈਂ ਵੈਰੀਆਂ ਦੇ ਆਹੂ ਲਾਂਦਾ ਤੇ ਗੁਰੂ ਸਾਹਿਬ ਦੀਆਂ ਖੁਸ਼ੀਆਂ ਲੈਂਦਾ। ਬਲ ਮੇਰੋ ਜਗ ਬਿਦਤ ਹੈ ਜਹ ਨਾਮ ਸੁਨੰਤੇ। ਮੇਰੀ ਤਾਕਤ ਦਾ ਸਾਰੀ ਦੁਨੀਆ ਨੂੰ ਪਤਾ ਹੈ। ਜਦੋਂ ਮੇਰਾ ਨਾਂ ਸੁਣਦੇ ਨੇ ਤੇ ਦਿੱਲੀ ਵਾਲੇ ਵੀ ਕੰਬਣ ਲੱਗ ਜਾਂਦੇ ਨੇ ਤੇ ਲਾਹੌਰ ਵਾਲੇ ਵੀ ਕੰਬਣ ਲੱਗ ਜਾਂਦੇ ਨੇ। ਮੇਰਾ ਨਾਂ ਸੁਣ ਕੇ ਸਾਰੇ ਡਰ ਜਾਂਦੇ ਨੇ। ਭਾਜਤ ਸ਼ਤਰੂ ਬ੍ਰਿੰਦ ਤਤ ਨਹਿ ਠਹਿਰ ਸਕੰਤੇ। ਵੈਰੀ ਮੇਰੇ ਸਾਹਮਣੇ ਠਹਿਰ ਨਹੀਂ ਸਕਦਾ ਤੇ ਅੱਗੇ ਲੱਗ ਲੱਗ ਕੇ ਭੱਜਦਾ ਹੈ। ਹੀਰਨ ਸੋ ਬੇਦਤ ਕਨੇ ਗਹ ਫੇਰ ਕਿਰਪਾਨਾ। ਭਾਈ ਬਿਧੀ ਚੰਦ ਜੀ, ਜੇ ਮੈਂ ਕਿਤੇ ਜੰਗ 'ਚ ਹੁੰਦਾ ਨਾ ਤੇ ਮੈਂ ਤੀਰਾਂ ਨਾਲ ਮੁਗਲਾਂ ਦੀ ਫੌਜ ਪਰੋ ਸੁੱਟਣੀ ਸੀ, ਚੀਰ ਸੁੱਟਣੀ ਸੀ, ਵਿੰਨ ਸੁੱਟਣੀ ਸੀ। ਜਦੋਂ ਨੇੜੇ ਆਉਂਦੇ ਤੇ ਮੈਂ ਤਲਵਾਰ ਨਾਲ ਵੱਡ ਵੱਡ ਸੁੱਟਣੇ ਸੀ। ਸੰਘਾਰਤ ਹੀ ਕਰਤ ਮੈਂ ਗੁਰ ਅਗਰ ਮੈਦਾਨਾ। ਮੈਂ ਗੁਰੂ ਦੇ ਸਾਹਮਣੇ ਮੈਦਾਨ ਜੰਗ ਵਿੱਚ ਸਫਾਂ ਵਲੇਟ ਦੇਣੀਆਂ ਸੀ ਮੁਗਲਾਂ ਦੀਆਂ। ਨਿਗਟ ਨ ਹੋਣੇ ਦੇ ਤੇਰੇ ਪਕਾਲਤ ਕਮਸਾਨਾ। ਮੈਂ ਵੈਰੀ ਨੂੰ ਨੇੜੇ ਲੱਗਣ ਨਹੀਂ ਸੀ ਦੇਣਾ, ਮੈਂ ਵੈਰੀ ਦੀ ਪੇਸ਼ ਜਾਣ ਨਹੀਂ ਸੀ ਦੇਣੀ। ਇਹੋ ਜਿਹਾ ਕਮਸਾਨ ਦਾ ਯੁੱਧ ਮੈਂ ਕਰਨਾ ਸੀ। ਕਿਉਂ ਜੇਠਾ ਹੈ ਮਰਤ ਰਣ ਕਿਆ ਕਰੋ ਬਖਾਨਾ। ਜੇ ਮੈਂ ਹੁੰਦਾ ਜੇਠਾ ਕਿਉਂ ਮਰਦਾ। ਮੇਰਾ ਜੰਗ ਵੇਖਣਾ ਸੀ, ਤੁਸੀਂ ਮੈਨੂੰ ਬੁਲਾਣਾ ਸੀ ਜ਼ਰੂਰ। ਜੇ ਮੈਂ ਹੁੰਦਾ ਤੇ ਭਾਈ ਜੇਠੇ ਦੀ ਜਾਨ ਬਚ ਜਾਂਦੀ ਤੇ ਮੈਂ ਵੈਰੀਆਂ ਨੂੰ ਮਾਰ ਸੁੱਟਦਾ। ਵਿਦਿਆ ਸੁਣ ਕੇ ਕਹਿਤ ਭਾ ਕਹਿ ਜਿਮ ਹੈ ਤੈਸੇ। ਭਾਈ ਬਿਧੀ ਚੰਦ ਜੀ ਸੁਣ ਕੇ ਕਹਿਣ ਲੱਗੇ, ਹਾਂ ਪੈਂਦੇ ਖਾਂ ਜੀ, ਭਰਾ ਜੀ ਜਿਵੇਂ ਤੁਸੀਂ ਕਹਿੰਦੇ ਹੋ ਗੱਲ ਤੇ ਉਵੇਂ ਹੀ ਹੈ। ਤੁਹਾਡੇ ਵਰਗਾ ਯੋਧਾ ਕਿੱਥੋਂ ਲੱਭਣਾ। ਜਿਵੇਂ ਤੁਸੀਂ ਕਹਿੰਦੇ ਹੋ ਨਾ ਉਵੇਂ ਹੀ ਹੈ ਗੱਲ। ਭਾਵ ਜੇ ਤੂੰ ਹੁੰਦਾ ਤੇ ਪਤਾ ਨਹੀਂ ਕੀ ਕਰ ਦਿੰਦਾ। ਹਾਂਜੀ ਪਰ ਗੁਰ ਕੀ ਮਰਜ਼ੀ ਕਹਾਂ ਲਖ ਸਕੈ ਨ ਕੈਸੇ। ਪਰ ਪੈਂਦੇ ਖਾਂ ਜੀ, ਗੁਰੂ ਦੀ ਮਰਜ਼ੀ ਨੂੰ ਕੌਣ ਜਾਣਦਾ। ਪਤਾ ਨਹੀਂ ਗੁਰੂ ਸਾਹਿਬ ਨੇ ਤੁਹਾਨੂੰ ਕਿਉਂ ਨਹੀਂ ਬੁਲਾਇਆ। ਉਹਨਾਂ ਦੀ ਮਰਜ਼ੀ ਕੀ ਹੈ ਉਹ ਹੀ ਜਾਣਦੇ ਹਨ। ਇਮਨ ਸਮੈ ਕਰ ਵਾਰਤਾ ਮਿਲ ਕੈ ਸਭ ਸੰਗਾ। ਇਸ ਤਰ੍ਹਾਂ ਰਾਤ ਨੂੰ ਗੱਲਬਾਤ ਕੀਤੀ। ਪੈਂਦੇ ਖਾਂ ਸਾਰਿਆਂ ਨੂੰ ਮਿਲਿਆ ਗਿਲਿਆ ਹੈ। ਮਾਤੀ ਮਲਕ ਜੇ ਆਦ ਹੈ ਸੁਖ ਬੂਝਤ ਅੰਗਾ। ਭਾਈ ਬਿਧੀ ਚੰਦ ਜੀ ਨੂੰ ਭਾਈ ਜਾਤੀ ਮਲਕ ਜੀ, ਜਿਹੜੇ ਗੁਰੂ ਦੀ ਫੌਜ ਦੇ ਸਾਰੇ ਸ਼੍ਰੋਮਣੀ ਯੋਧੇ ਸਨ, ਉਹਨਾਂ ਨੂੰ ਮਿਲ ਕੇ ਉਹਨਾਂ ਦਾ ਹਾਲ ਚਾਲ ਪੁੱਛ ਕੇ ਭਾਈ ਬਿਧੀ ਚੰਦ ਜੀ ਦੇ ਕੋਲ, ਭਾਈ ਜਾਤੀ ਮਲਕ ਦੇ ਕੋਲ ਘੰਟਾ 2-2 ਘੰਟੇ ਬਹਿ ਕੇ ਪੈਂਦੇ ਖਾਨ ਉੱਠਿਆ। ਖਾਨ ਪਾਨ ਕਰ ਜਥਾ ਸੁਖ ਸਭ ਨਿਸ ਬਿਸਰਾਮੇ। ਖਾਨ ਪਾਨ ਕਰਕੇ ਸੁਖ ਦੇ ਨਾਲ ਸਾਰੇ ਸੁੱਤੇ ਹਨ ਰਾਤ ਨੂੰ। ਆਨੰਦ ਕਰਤ ਘਰ ਘਰ ਵਿਖੈ ਲੈ ਸਤਿਗੁਰ ਨਾਮੇ। ਔਰ ਸਾਰੇ ਘਰਾਂ ਵਿੱਚ ਗੁਰੂ ਦਾ ਨਾਮ ਲੈ ਕੇ ਸਤਨਾਮ ਸ੍ਰੀ ਵਾਹਿਗੁਰੂ ਜਪ ਕੇ ਸਿੱਖਾਂ ਨੇ ਆਰਾਮ ਕੀਤਾ। ਰਹੀ ਜਾਮ ਜਬ ਜਾਮਨੀ ਜਗ ਗੁਰ ਤਬ ਜਾਗੇ। ਸਵਾ ਪੈ ਰਾਤ ਰਹਿੰਦੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜਾਗੇ ਹਨ। ਸੋਚ ਇਸ਼ਨਾਨੇ ਬੈਠ ਪੁੰਨ ਧਿਆਨ ਸੋ ਰਸ ਪਾਗੇ। ਔਰ ਅੰਮ੍ਰਿਤ ਵੇਲੇ ਉੱਠ ਕੇ ਸੋਚ ਇਸ਼ਨਾਨ ਕੀਤਾ ਹੈ ਤੇ ਪਰਮੇਸ਼ਰ ਦੇ ਨਾਮ ਦਾ ਸਿਮਰਨ ਕੀਤਾ ਹੈ। ਆਸਾ ਵਾਰ ਸੋ ਰਾਗ ਧੁਨ ਗਾਵਤ ਸੁਨਿਆਤੇ। ਸੋ ਆਸਾ ਦੀ ਵਾਰ ਗਾਈ ਜਾ ਰਹੀ ਹੈ ਰਾਗਾਂ ਦੇ ਵਿੱਚ, ਸਾਰੇ ਸੁਣਦੇ ਨੇ। ਜਹਾਂ ਕਹਾਂ ਗੁਰ ਗਿਰਾ ਸਿੱਖ ਧਰ ਪ੍ਰੇਮ ਪਠੰਤੇ। ਕੋਈ ਜਪਜੀ ਸਾਹਿਬ ਦਾ, ਕੋਈ ਸੁਖਮਨੀ ਸਾਹਿਬ ਦਾ, ਕੋਈ ਆਸਾ ਦੀ ਵਾਰ ਦਾ, ਕੋਈ ਦੱਖਣੀ ਓਂਕਾਰ ਦਾ ਪਾਠ ਸਿੱਖ ਕਰਦੇ, ਬਾਣੀਆਂ ਪੜ੍ਹਦੇ ਗੁਰੂ ਦੀਆਂ। ਲਗ ਦੁੰਦਪ ਨੌਬਤ ਵਜਤ ਅਨਦਿਓ ਭਜੰਤੀ। ਨਿੱਕੇ ਨਗਾਰੇ ਖੁਸ਼ੀ ਦੀਆਂ ਨੌਬਤਾਂ ਵੱਜਦੀਆਂ, ਸਾਰਿਆਂ ਦਾ ਮਨ ਖੁਸ਼ ਹੈ। ਸੰਗ ਨਫੀਰੀ ਗੁਰ ਸ਼ਬਦ ਗਾਵਤ ਸੁਖਵੰਤੀ। ਔਰ ਨਫੀਰੀਆਂ ਵੱਜ ਰਹੀਆਂ ਨੇ। ਇਸ ਤਰ੍ਹਾਂ ਸਾਧ ਸੰਗਤ ਜੀ ਸ੍ਰੀ ਕਰਤਾਰਪੁਰ ਸਾਹਿਬ ਦੇ ਵਿੱਚ
ਸੱਚੇ ਪਾਤਸ਼ਾਹ ਮਹਾਰਾਜ ਨੇ ਸਮਾਂ ਗੁਜ਼ਾਰਿਆ। ਉਸ ਤੋਂ ਅਗਲੀ ਕਥਾ ਆਪ ਜੀ ਸਰਵਣ ਕਰੋਗੇ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਹੇ ਗੋਬਿੰਦ, ਹੇ